आसा कोरी को काहू मर्म न जाना, सब जग आन तनायो ताना। रहाओ जब तुम सुन ले वेद पुराना, तब हम इतनक पसरे ताना। तरन आकाश की करगह बनाई, चंद सूरज दोए साथ चलाई। पाई जोर बात एक कीनी, तां तांती मन माना। जो लाहे कर अपना चीना, कट ही राम पछाना। कहत कबीर कारगा तोरी, सूतै सूत मिलाए कोरी। वाहिगुरु जी का खालसा, वाहिगुरु जी की फतेह। इस पावन शब्द ਦੇ ਅਰਥ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨੋਟ ਲਿਖਿਆ ਹੈ ਕਿ ਕਬੀਰ ਜੀ ਬਨਾਰਸ ਦੇ ਰਹਿਣ ਵਾਲੇ ਸਨ, ਜਾਤ ਦੇ ਜੁਲਾਹੇ ਸਨ ਤੇ ਬ੍ਰਾਹਮਣ ਦੀ ਨਜ਼ਰ ਵਿੱਚ ਮਨੂ ਸਿਮਰਤੀ ਦੀ ਵੰਡ ਅਨੁਸਾਰ ਉਹ ਇੱਕ ਸ਼ੂਦਰ ਸਨ, ਕਿਉਂਕਿ ਮਨੂ ਸਿਮਰਤੀ ਨੇ ਸਮਾਜ ਨੂੰ 4 ਵਰਨਾਂ ਵਿੱਚ ਵੰਡਿਆ। ਸਭ ਤੋਂ ਉੱਤੇ ਬ੍ਰਾਹਮਣ, ਉਦੋਂ ਥੱਲੇ ਖੱਤਰੀ, ਉਦੋਂ ਥੱਲੇ ਵੈਸ਼, ਉਦੋਂ ਥੱਲੇ ਸ਼ੂਦਰ। ਤੇ ਕਿਰਤੀਆਂ ਸਾਰਿਆਂ ਨੂੰ ਸ਼ੂਦਰ ਦੀ ਸ਼੍ਰੇਣੀ ਵਿੱਚ ਸ਼ਾਮਲ ਕਰ, ਔਰ ਇੱਥੇ ਤੀਕਰ ਵਧੀਕੀ ਕੀਤੀ ਕਿ ਜੀ ਬ੍ਰਾਹਮਣ ਦਾ ਇਹ ਕੰਮ ਹੈ, ਖੱਤਰੀ ਦਾ ਇਹ ਕੰਮ ਹੈ, ਵੈਸ਼ ਦਾ ਇਹ ਕੰਮ ਹੈ, ਸ਼ੂਦਰ ਦਾ ਇਹ ਕੰਮ। ਔਰ ਸ਼ੂਦਰ ਨੂੰ ਭਜਨ ਪਾਠ ਕਰਨ, ਸਿਮਰਨ ਕਰਨ, ਵੇਦ ਆਦਿਕ ਪੜ੍ਹਨ ਦੀ ਰੋਕ ਲਾ ਦਿੱਤੀ। ਇਹ ਗੱਲ ਕੋਈ ਲੁਕੀ ਛਿਪੀ ਨਹੀਂ, ਇਹ ਸਾਰਾ ਸੰਸਾਰ ਜਾਣਦਾ। ਭਾਵੇਂ ਅੱਜ ਅਸੀਂ ਉਹਨਾਂ ਨੂੰ ਹਰੀ ਜਨ ਕਹਿ ਦਈਏ, ਪਰ ਫਿਰ ਵੀ ਉਹਨਾਂ ਵਾਸਤੇ ਉਹ ਨਫ਼ਰਤ, ਉਹ ਘਿਰਣਾ ਬਣੀ ਹੋਈ। ਗੁਰੂ ਸਾਹਿਬਾਨ ਨੇ ਬੜੀ ਕਿਰਪਾ ਕੀਤੀ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰਾ ਇਤਿਹਾਸ ਪੜ੍ਹ ਕੇ ਦੇਖੋ। ਉਹਨਾਂ ਨੇ ਐਲਾਨੀਆਂ ਤੌਰ 'ਤੇ ਕਿਹਾ ਕਿ ਜਾਣੋ ਜੋਤ ਨਾ ਪੁੱਛੋ ਜਾਤੀ, ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਇੱਕਾ ਛੋ। ਮਤਲਬ ਉਹਨਾਂ ਨੇ ਇਸ ਊਚ ਨੀਚ ਦੇ ਭਾਵ ਨੂੰ ਮਿਟਾਉਣ ਲਈ ਨਿਰਾ ਆਖਿਆ ਨਹੀਂ, ਪ੍ਰੈਕਟੀਕਲੀ ਕੰਮ ਕੀਤਾ। ਇੱਕ ਸੰਗਤ ਤੇ ਇੱਕ ਪੰਗਤ ਦਾ ਸਿਧਾਂਤ ਦਿੱਤਾ। ਪਰ ਭਗਤ ਕਬੀਰ ਜੀ ਕਿਉਂਕਿ ਰਹਿੰਦੇ ਵੀ ਕਾਂਸ਼ੀ ਵਿੱਚ ਨੇ ਤੇ ਉੱਥੇ ਬ੍ਰਾਹਮਣਾਂ ਦਾ ਜ਼ੋਰ ਵੀ ਬੜਾ, ਤੇ ਬ੍ਰਾਹਮਣਾਂ ਦੀ ਸੋਚ ਦੇ ਮੁਤਾਬਕ ਕਿਸੇ ਸ਼ੂਦਰ ਦਾ ਭਗਤੀ ਕਰਨਾ, ਨਾਮ ਜਪਣਾ ਉਹਨਾਂ ਨੂੰ ਚੰਗਾ ਨਹੀਂ, ਪ੍ਰਵਾਨ ਨਹੀਂ। ਉਹ ਕਹਿੰਦੇ ਇਹਦਾ ਹੱਕ ਹੀ ਨਹੀਂ ਹੈਗਾ। ਪਰ ਗੁਰਮਤ ਇਹ ਨਹੀਂ ਮੰਨਦੀ। ਗੁਰਮਤ ਤੇ ਇਸ ਗੱਲ ਦੀ ਹਾਮੀ ਹੈ ਕਿ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਪੁੱਛੋ ਬਿਦਰ ਦਾਸੀ ਸੁਤੈ, ਉਸ ਕਿਸ਼ਨ ਉਤਰਿਆ ਘਰ ਜਿਸ ਜਾਏ। ਜਿਸ ਨੀਚ ਕੋ ਕੋਈ ਨ ਜਾਣੈ, ਨਾਮ ਜਪਤ ਉਹ ਚੌਂਕੁੰਟ ਮਨ। ਬਾਣੀ ਵਿੱਚ ਇੱਥੇ ਤੱਕ ਲਿਖਿਆ, ਨਾਨਕ ਜੇ ਮਨ ਬਸੇ ਗੋਪਾਲਾ, ਉਹ ਤੇ ਊਤਮ ਗਨੋ ਚੰਡਾਲਾ। ਜਿਹਦੇ ਹਿਰਦੇ ਵਿੱਚ ਨਾਮ ਵਸ ਜਾਏ, ਭਾਵੇਂ ਲੋਕਾਂ ਦੀ ਵਰਨ ਵੰਡ ਦੇ ਮੁਤਾਬਕ ਉਹ ਸ਼ੂਦਰ ਵੀ ਹੋਵੇ, ਉਹ ਉੱਤਮ ਹੈ। ਤੋ ਸੱਚਮੁੱਚ ਇਸੇ ਤਰ੍ਹਾਂ ਭਗਤ ਕਬੀਰ ਜੀ ਦੇ ਨਾਲ ਜਿਹੜੇ ਬ੍ਰਾਹਮਣ ਹਨ ਉਹ ਬੜੀ ਨਫ਼ਰਤ ਕਰਦੇ ਤੇ ਉਹਨਾਂ ਨੂੰ ਈਰਖਾਵਸੀ, ਜੁਲਾਹਾ ਜੁਲਾਹਾ ਕਹਿੰਦੇ, ਕਿਉਂਕਿ ਉਹ ਲੋਕ ਆਪ ਤਾਂ ਡੁੱਬੇ ਪਏ ਨੇ ਮੂਰਤੀ ਪੂਜਾ ਵਿੱਚ,
ਤੇ ਕਬੀਰ ਜੀ ਹਰੀ ਸਿਮਰਨ ਦੀ ਮੌਜ ਵਿੱਚ ਮਗਨ ਹਨ। ਹੋਰ ਬਾਣੀ ਜਦੋਂ ਅਸੀਂ ਵਿਚਾਰਦੇ ਹਾਂ ਤਾਂ ਬੜਾ ਸਪਸ਼ਟ ਨਜ਼ਰ ਆਉਂਦਾ ਕਿ ਭਗਤ ਜੀ ਨੂੰ ਕਹਿਣਾ ਪੈਂਦਾ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹ ਤੁਮ ਕਤ ਦੂਤ। ਇਹ ਪੰਕਤੀਆਂ ਜੇ ਵਿਚਾਰ ਲਈਏ ਫਿਰ ਸਮਝ ਆ ਜਾਂਦੀ ਕਿ ਭਗਤ ਜੀ ਨੂੰ ਕਿਤਨੀ ਮੁਸ਼ਕਲ ਸੀ। ਇੱਕ ਪਾਸੇ ਕੱਟੜ ਮੁਸਲਮਾਨ ਸਨ, ਇੱਕ ਪਾਸੇ ਇਹੋ ਜਿਹੇ ਬ੍ਰਾਹਮਣ ਸਨ, ਤੇ ਉਹਨਾਂ ਦੇ ਵਿੱਚ ਰਹਿ ਕੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨਾ ਤੇ ਪਰਮੇਸ਼ਵਰ ਦੀ ਭਗਤੀ ਦੀ ਗੱਲ ਕਰਨੀ, ਇਹ ਭਗਤ ਜੀ ਦੇ ਹਿੱਸੇ ਆਇਆ। ਤੋ ਭਗਤ ਜੀ ਨੂੰ ਬ੍ਰਾਹਮਣ ਲੋਕ ਇਸ ਤਰ੍ਹਾਂ ਦਾ ਕਟਾਕਸ਼ ਕਰਦੇ ਨੇ ਕਿ ਤੁਸੀਂ ਸ਼ੂਦਰ ਹੋ, ਤੁਹਾਨੂੰ ਭਗਤੀ ਕਰਨ ਦਾ ਕੋਈ ਹੱਕ ਨਹੀਂ। ਪਰ ਭਗਤ ਜੀ ਉਹਨਾਂ ਨੂੰ ਮੂੰਹ ਤੋੜਵਾ ਉਤਰ ਦਿੰਦੇ ਨੇ। ਕਹਿੰਦੇ ਜੇ ਤੁਸੀਂ ਮੈਨੂੰ ਜੁਲਾਹਾ ਕਹਿੰਦੇ ਹੋ ਤੇ ਰੱਬ ਮੇਰੇ ਤੋਂ ਵੱਡਾ ਜੁਲਾਹਾ। ਇਹ ਵੱਖਰੀ ਗੱਲ ਹੈ ਕਿ ਤੁਸੀਂ ਉਸ ਜੁਲਾਹੇ ਦਾ ਭੇਤ ਨਹੀਂ ਪਾਇਆ ਤੇ ਮੈਂ ਪਾ ਲਿਆ। ਹੁਣ ਜਦੋਂ ਅਸੀਂ ਸ਼ਬਦ ਨੂੰ ਇਸ ਰੋਸ਼ਨੀ ਵਿੱਚ ਵਿਚਾਰਾਂਗੇ ਤਾਂ ਕਿਤਨੀ ਸਾਨੂੰ ਅਧਿਆਤਮਕ ਪ੍ਰੇਰਨਾ ਮਿਲੇਗੀ। ਭਗਤ ਜੀ ਕਹਿੰਦੇ ਨੇ ਮੈਂ ਛੋਟਾ ਜੁਲਾਹਾ ਹਾਂ, ਪਰ ਰੱਬ ਤੇ ਮੇਰੇ ਤੋਂ ਬਹੁਤ ਵੱਡਾ ਜੁਲਾਹਾ ਹੈ। ਆਓ ਵਿਚਾਰ ਕਰੀਏ। ਕੋਰੀ ਕੋ ਕਾਹੂ ਮਰਮ ਨ ਜਾਨਾ। ਹੁਣ ਜਿਹੜਾ ਕੋਰੀ ਸ਼ਬਦ ਹੈ ਨਾ, ਪਹਿਲਾਂ ਤੇ ਇਹਦੇ ਅੱਖਰੀ ਅਰਥ ਦੇਖਣੇ ਪੈਣ, ਕਿਉਂਕਿ ਆਮ ਦੇਸ਼ ਵਿੱਚ ਤੇ ਜੁਲਾਹਾ ਕਿਹਾ ਜਾਂਦਾ ਤੇ ਉਧਰ ਲੋਕ ਕੋਰੀ ਕਹਿੰਦੇ। ਭਗਤ ਜੀ ਕਹਿੰਦੇ ਨੇ ਕਿ ਉਸ ਪਰਮਾਤਮਾ ਰੂਪੀ ਜੁਲਾਹੇ ਦਾ ਕਿਸੇ ਨੇ ਭੇਦ ਨਹੀਂ ਪਾਇਆ, ਉਹਨੂੰ ਨਹੀਂ ਜਾਣਿਆ। ਕੋਰੀ ਕੋ ਕਾਹੂ ਮਰਮ ਨ ਜਾਨਾ, ਸਭ ਜਗ ਆਨ ਤਨਾਇਓ ਤਾਨਾ। ਸਭ ਜਗ, ਇਹ ਜਿਤਨਾ ਸੰਸਾਰ ਹੈ, ਇਹ ਸਭ ਸੰਸਾਰ ਦਾ ਤਾਣਾ ਪਰਮਾਤਮਾ ਨੇ ਤਾਣਿਆ। ਰੋਜ਼ ਪੜ੍ਹਦੇ ਆ, ਆਵਣ ਜਾਣ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। जब या करख करत हो कब हूँ, तुम मैं मिलत देह तर सब हूँ। तो भगत जी कहते ने मेरा कसूर नहीं, जे तुसी उस परमात्मा जुलाहे ਦਾ ਭੇਤ ਨਹੀਂ ਪਾਇਆ ਤੇ ਮੈਂ ਕੀ ਕਰਾਂ। ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੁਲਾਹੇ ਹੋਣਾ ਕੋਈ ਮਾੜਾ ਨਹੀਂ। ਮੈਂ ਛੋਟਾ ਜੁਲਾਹਾ, ਰੱਬ ਵੱਡਾ ਜੁਲਾਹਾ। ਹੁਣ ਇਹ ਗੱਲ ਕਹਿਣੀ ਭਗਤ ਕਬੀਰ ਜੀ ਦੀ ਉਹ ਉੱਚੀ ਸੋਚ ਤੇ ਉਹ ਜੋ ਗਿਆਨ ਦਾ ਪ੍ਰਕਾਸ਼ ਹੈ ਉਹ ਹੀ ਕਹਿ ਸਕਦੇ। ਆਖਿਆ ਤੁਸੀਂ ਉਸ ਵੱਡੇ ਜੁਲਾਹੇ ਪਰਮਾਤਮਾ ਦਾ ਮਰਮ ਭੇਦ ਜਾਣਿਆ ਹੀ ਨਹੀਂ। ਕੋਰੀ ਕੋ ਕਾਹੂ ਮਰਮ ਨ ਜਾਨਾ, ਸਭ ਜਗ ਆਨ ਤਨਾਇਓ ਤਾਨਾ। ਜਿਸ ਨੇ ਸਾਰੇ ਸੰਸਾਰ ਦਾ ਤਾਣਾ ਤਣਿਆ। ਮੈਂ ਵੀ ਤਾਣਾ ਤਣਦਾ, ਰੱਬ ਨੇ ਵੀ ਤਾਣਾ ਤਣਿਆ। ਫਿਰ ਅੱਗੇ ਕਹਿੰਦੇ ਨੇ ਜਬ ਤੁਮ ਸੁਣ ਲੈ ਵੇਦ ਪੁਰਾਨਾ। ਤੁਸੀਂ ਵੇਦਾਂ ਦਾ ਪੁਰਾਣਾਂ ਦਾ ਪਾਠ ਕਰਦੇ ਹੋ। ਕਾਹਦੇ ਲਈ ਕਰਦੇ ਹੋ? ਪੈਸਿਆਂ ਲਈ ਕਰਦੇ ਹੋ, ਰੋਜ਼ੀ ਲਈ ਕਰਦੇ ਹੋ। ਤੁਸੀਂ ਉਹਨੂੰ ਧੰਦਾ ਬਣਾਇਆ ਹੋਇਆ। ਹੁਣ ਭਗਤ ਜੀ ਦੀ ਇਹ ਸੱਚੀ ਗੱਲ ਤੋਂ ਕੌਣ ਮੁਨਕਰ ਹੋ ਸਕਦਾ। ਅੱਜ ਸਾਡੇ ਵਿੱਚ ਕਿਤਨੇ ਲੋਕ ਨੇ ਜਿਹੜੇ ਪ੍ਰੋਫੈਸ਼ਨਲ ਤੌਰ 'ਤੇ ਪਾਠ ਕਰਦੇ ਨੇ, ਪ੍ਰੋਫੈਸ਼ਨਲ ਤੌਰ 'ਤੇ ਕਥਾ ਕੀਰਤਨ ਬਾਹਰ ਕਰਦੇ ਨੇ, ਪਰ ਜੇ ਜੀਵਨ ਉਹੋ ਜਿਹਾ ਨਾ ਬਣੇ ਤਾਂ ਫਿਰ ਉਹ ਧੰਦਾ ਹੀ ਹੈ ਨਾ। ਤੋ ਭਗਤ ਜੀ ਕਹਿੰਦੇ ਨੇ ਜਬ ਤੁਮ ਸੁਣ ਲੈ ਵੇਦ ਪੁਰਾਨਾ। ਹੇ ਬ੍ਰਾਹਮਣੋ, ਤੁਸੀਂ ਜਿੰਨੀ ਦੇਰ ਵੇਦਾਂ ਦਾ ਪਾਠ ਕਰਦੇ ਹੋ, ਪੁਰਾਣ ਪੜ੍ਹਦੇ ਹੋ ਜਾਂ ਸੁਣਦੇ ਹੋ ਜਾਂ ਵਿਚਾਰਦੇ ਹੋ, ਕਾਹਦੇ ਲਈ?
ਸਿਰ ਪੈਸਿਆਂ ਲਈ। ਤਬ ਹਮ ਇਤਨਕ ਪਸਰਿਓ ਤਨ, ਤੇ ਮੈਂ ਰੋਜ਼ੀ ਰੋਟੀ ਵਾਸਤੇ ਇੰਨਾ ਕੁ ਕੱਪੜੇ ਬੁਣਨ ਦਾ ਜਿਹੜਾ ਕੰਮ ਹੈ ਇਹ ਕਰਦਾ। ਤੁਹਾਡੇ ਮੇਰੇ ਧੰਦੇ ਵਿੱਚ ਕੀ ਫਰਕ ਹੈ? ਤੁਸੀਂ ਉਹ ਕਰ ਲਿਆ, ਮੈਂ ਇਹ ਕਰ ਲਿਆ। ਹੁਣ ਇਹਨੂੰ ਜ਼ਰਾ ਕੰਪੈਰੇਟਿਵ ਦੇਖਣਾ ਪਵੇਗਾ ਕਿ ਇੱਕ ਪਾਸੇ ਵੇਦ ਪੁਰਾਣ ਗ੍ਰੰਥ ਪੜ੍ਹਨ ਵਾਲਿਆਂ ਦਾ ਨਜ਼ਰੀਆ ਕੀ ਹੈ, ਉਹ ਵੀ ਨਜ਼ਰੀਆ ਰੋਟੀ ਕਮਾਉਣ ਦਾ। ਤੇ ਭਗਤ ਜੀ ਕਹਿੰਦੇ ਮੈਂ ਆਪਣੀ ਕਿਰਤ ਕਰਦਾ, ਤੁਹਾਨੂੰ ਕੀ ਤਕਲੀਫ ਹੈ? ਤੇ ਜੇ ਤੁਸੀਂ ਮੈਨੂੰ ਜੁਲਾਹਾ ਕਹਿ ਕੇ ਨਫ਼ਰਤ ਕਰਦੇ ਹੋ ਤੇ ਮੇਰੇ ਨਾਲੋਂ ਰੱਬ ਵੱਡਾ ਜੁਲਾਹਾ। ਪਰ ਹਾਂ, ਤੁਸੀਂ ਉਸ ਦਾ ਭੇਤ ਨਹੀਂ ਪਾਇਆ, ਤੁਹਾਨੂੰ ਪਤਾ ਨਹੀਂ ਕਿ ਉਸ ਜੁਲਾਹੇ ਦਾ ਕੀ ਕੰਮ ਹੈ। ਤੋ ਭਗਤ ਜੀ ਕਹਿੰਦੇ ਨੇ ਇਹ ਰੋਜ਼ੀ ਰੋਟੀ ਵਾਸਤੇ ਤੁਸੀਂ ਪਾਠ ਪੜ੍ਹਦੇ ਹੋ, ਵੇਦ ਪੜ੍ਹਦੇ ਹੋ, ਗ੍ਰੰਥ ਸੁਣ, ਤੇ ਮੈਂ ਆਪਣੀ ਇਹ ਕਿਰਤ ਕਰਦਾ। ਜਬ ਤੁਮ ਸੁਨ ਲੈ ਵੇਦ ਪੁਰਾਨਾ, ਤਬ ਹਮ ਇਤਨਕ ਪਸਰਿਓ ਤਨ। ਆਓ ਮੈਂ ਤੁਹਾਨੂੰ ਦੱਸਾਂ, ਰੱਬ ਰੂਪੀ ਜੁਲਾਹੇ ਨੇ ਕੀ ਕੀਤਾ ਹੈ। ਧਰਨ ਆਕਾਸ਼ ਕੀ ਕਰਗਾ ਬਣਾਈ। ਕਰਗਾ ਸ਼ਬਦ ਜਿਹੜਾ, ਇਹਦੇ ਅਰਥ ਵਿਦਵਾਨਾਂ ਨੇ ਕਿਸੇ ਨੇ ਕੰਘੀ ਕੀਤੇ ਨੇ, ਪਰ ਮੈਂ ਜੋ ਸੁਣੇ ਨੇ ਉਹ ਹੈ ਖੱਡੀ। ਕਿਉਂਕਿ ਮੈਨੂੰ ਯਾਦ ਹੈ ਕਿ ਮੇਰੇ ਪਿਤਾ ਜੀ ਨੇ ਅੰਬਾਲੇ ਸ਼ਹਿਰ ਰਹਿੰਦਿਆਂ ਸਰਕਾਰ ਤੋਂ ਇੱਕ ਵਾਰੀ ਕੋਈ ਲੋਨ ਲੈ ਕੇ ਖੱਡੀਆਂ ਦਾ ਕੰਮ ਕੀਤਾ, ਤੇ ਉਹ ਜਿਹੜੇ ਕਾਰੀਗਰ ਸਨ ਉਹ ਕਰਗਾ ਕਹਿੰਦੇ ਸਨ ਖੱਡੀ ਨੂੰ। ਇਹ ਵੱਖਰੀ ਗੱਲ ਹੈ ਕਿ ਕਿਹੜੇ ਇਲਾਕੇ ਦੀ ਬੋਲੀ, ਕਿਹੜੇ ਇਲਾਕੇ ਦਾ ਇਹ ਕਿਆ ਸ਼ਬਦ ਹੈ। ਮਹਾਰਾਜ ਕਹਿੰਦੇ ਨੇ ਭਗਤ ਕਬੀਰ ਜੀ ਕੇ ਪਰਮਾਤਮਾ ਰੂਪੀ ਜੁਲਾਹੇ ਨੇ ਧਰਨ ਆਕਾਸ਼ ਕੀ, ਧਰਤੀ ਤੇ ਆਕਾਸ਼ ਦੀ ਇੱਕ ਖੱਡੀ ਬਣਾਈ ਹੈ। ਚੰਦ ਸੂਰਜ ਦੋਏ ਸਾਥ ਚਲਾਈ। ਇਸ ਖੱਡੀ ਦੇ ਅੰਦਰ ਜਿਹੜੀਆਂ ਨਲਕੀਆਂ ਹੁੰਦੀਆਂ ਨੇ ਜਿਨ੍ਹਾਂ ਉੱਤੇ ਸੂਤਰ ਬਲੇਟਿਆ ਹੁੰਦਾ, ਤੇ ਉਹ ਫਿਰ ਸ਼ਟਲ ਦੇ ਨਾਲ ਉਹ ਖੱਡੀ ਦੇ ਵਿੱਚ ਚਲਦੀਆਂ ਨੇ ਤੇ ਤਾਣੇ ਦੇ ਵਿੱਚ ਪੇਟਾ ਪੈਣਾ ਸ਼ੁਰੂ ਹੋ ਜਾਂਦਾ। ਹੁਣ ਇਹ ਗੱਲ ਸਮਝ ਤਾਂ ਆ ਸਕਦੀ ਹੈ ਜੇ ਕਿਸੇ ਖੱਡੀ ਦੇਖੀ ਹੋਵੇ, ਖੱਡੀ ਦਾ ਸਾਰਾ ਸਿਸਟਮ ਜੁਗਾੜ ਦੇਖਿਆ ਹੋਵੇ। ਕਿਉਂਕਿ ਜਿਹੜਾ ਜੁਲਾਹਾ ਹੁੰਦਾ ਹੈ, ਜਿਹੜਾ ਖੱਡੀ ਚਲਾਉਣ ਵਾਲਾ ਕਾਰੀਗਰ ਹੈ, ਉਹ ਖੱਡੀ ਦੀ ਸੀਟ ਤੇ ਬੈਠ ਕੇ, ਪਹਿਲਾਂ ਇਹ ਖੱਡੀਆਂ ਨਹੀਂ ਸੀ ਹੁੰਦੀਆਂ, ਪਹਿਲਾਂ ਲੋਕ ਘਰਾਂ ਦੇ ਅੰਦਰ ਜਾਂ ਜੁਲਾਹੇ ਵੀ ਮੈਂ ਦੇਖਿਆ ਕਿ ਧਰਤੀ ਵਿੱਚ ਇੱਕ ਟੋਆ ਜਿਹਾ ਪੱਟ ਲੈਂਦੇ, ਤੇ ਉਸ ਧਰਤੀ ਤੋਂ ਥੋੜ੍ਹੀ ਜਿਹੀ ਉੱਚੀ ਪੱਧਰ ਤੇ ਇੱਕ ਇਹੋ ਜਿਹਾ ਜੁਗਾੜ ਬਣਾਉਂਦੇ ਸਨ ਜਿਹਦੇ ਵਿੱਚ ਤਾਣਾ ਬਲੇਟਿਆ ਹੁੰਦਾ ਸੀ, ਔਰ ਇੱਕ ਉਹਦਾ ਹੱਥਾ ਹੁੰਦਾ ਸੀ। ਉਸ ਹੱਥੇ ਨੂੰ ਉਹ ਸੱਜੇ ਖੱਬੇ ਅੱਗੇ ਪਿੱਛੇ ਕਰਦੇ ਹਨ, ਤੇ ਇੱਕ ਉਹਦੇ ਵਿੱਚ ਸ਼ੈਟਲ ਹੁੰਦਾ। ਸ਼ੈਟਲ ਦੇ ਵਿੱਚ ਇੱਕ ਤਾਰ ਹੁੰਦੀ, ਸਮਝ ਲਓ ਸੂਆ ਜਿਹਾ, ਉਹਦੇ ਉੱਤੇ ਨਲਕੀ ਚੜ੍ਹਾਈ ਜਾਂਦੀ। ਉਹ ਨਲਕੀ ਦੇ ਉੱਤੋਂ ਸੂਤਰ ਦੀ ਇੱਕ ਤੰਦ ਕਿਨਾਰਾ ਕੱਢ ਕੇ ਉਹਨੂੰ ਜੁਲਾਹਾ ਆਪਣੇ ਅੰਦਰ ਵੱਲ ਫੂਕ ਮਾਰ ਕੇ ਖਿੱਚਦਾ ਤੇ ਉਹਨੂੰ ਕੱਢ ਲੈਂਦਾ। ਫਿਰ ਉਹ ਹੈਂਡਲ ਚਲਾਉਂਦਾ ਹੈ ਤੇ ਸੱਜੇ ਖੱਬੇ ਉਸ ਨਲਕੀ ਨੂੰ ਘੁਮਾਉਂਦਾ। ਇਹ ਉਹਦਾ ਪੇਟਾ ਹੈ। ਆਖਿਆ ਵਾਹਿਗੁਰੂ ਰੂਪੀ ਜੁਲਾਹੇ ਨੇ ਇਹ ਸੰਸਾਰ ਰੂਪੀ ਖੱਡੀ ਬਣਾਈ ਹੈ ਤੇ ਸਾਰੇ ਜਗਤ ਦਾ ਤਾਣਾ ਤਣਿਆ ਹੈ। ਧਰਨ ਆਕਾਸ਼ ਕੀ ਕਰਗਾ ਬਣਾਈ, ਮਤਲਬ ਧਰਤੀ ਅਤੇ ਆਕਾਸ਼ ਦੀ ਇੱਕ ਕੰਘੀ ਬਣਾਈ ਹੈ ਜਾਂ ਇੱਕ ਖੱਡੀ ਬਣਾਈ। ਤੇ ਚੰਦ ਸੂਰਜ ਦੋਏ ਸਾਥ ਚਲਾਈ। ਇਹ ਚੰਦਰਮਾ ਤੇ ਸੂਰਜ ਜਿਹੜੇ ਨੇ ਇਹ ਦੋ ਮਾਨੋ ਨਲਕੀਆਂ ਹਨ ਜਿਨ੍ਹਾਂ ਦੇ ਉੱਤੇ ਸੂਤਰ ਵਲੇਟਿਆ ਹੋਇਆ। ਹਰ ਇੱਕ ਮਹਾਂਪੁਰਖ ਦਾ ਆਪਣਾ ਆਪਣਾ ਸਮਝਾਉਣ ਦਾ ਤਰੀਕਾ ਹੈ। ਤੋ ਭਗਤ ਕਬੀਰ ਜੀ ਉਹਨਾਂ ਉੱਚੀ ਜਾਤ ਵਾਲੇ ਬ੍ਰਾਹਮਣਾਂ ਨੂੰ ਸਮਝਾ ਰਹੇ ਨੇ
ਮੈਨੂੰ ਤੇ ਤੁਸੀਂ ਜੁਲਾਹਾ ਜੁਲਾਹਾ ਕਹਿੰਦੇ ਹੋ, ਪਰ ਭੋਲਿਓ ਤੁਹਾਨੂੰ ਪਤਾ ਨਹੀਂ ਰੱਬ ਬਹੁਤ ਵੱਡਾ ਜੁਲਾਹਾ, ਪਰ ਤੁਹਾਡਾ ਉਧਰ ਧਿਆਨ ਨਹੀਂ। ਕੋਰੀ ਕੋ ਕਾਹੂ ਮਰਮ ਨ ਜਾਨਾ, ਸਭ ਜਗ ਆਨ ਤਨਾਇਓ ਤਾਨਾ। ਰਹਾਓ ਜਬ ਤੁਮ ਸੁਨ ਲੈ वेद पुराना, ਤਬ ਹਮ ਇਤਨਕ ਪਸਰਿਓ ਤਾਨਾ। ਤੁਸੀਂ ਰੋਜ਼ੀ ਰੋਟੀ ਲਈ ਪਾਠ ਕਰਦੇ ਹੋ, ਵੇਦ ਪੜ੍ਹਦੇ ਹੋ, ਮੈਂ ਖੱਡੀ ਚਲਾ ਲੈਣਾ, ਗੱਲ ਤਾਂ ਇੱਕੋ ਹੀ। ਤੇ ਰੱਬ ਰੂਪੀ ਜੁਲਾਹੇ ਨੇ ਕੀ ਕੀਤਾ? ਧਰਨ ਆਕਾਸ਼ ਕੀ ਕਰਗਾ ਬਣਾਈ, ਧਰਤੀ ਅਤੇ ਆਕਾਸ਼ ਦੀ ਉਸ ਨੇ ਕੰਗੀ ਬਣਾਈ ਹੈ, ਖੱਡੀ ਬਣਾਈ ਹੈ। ਚੰਦ ਸੂਰਜ ਦੋਏ ਸਾਥ ਚਲਾਈ, ਚੰਦਰਮਾ ਤੇ ਸੂਰਜ ਦੋਵੇਂ ਜਿਹੜੇ ਨੇ ਉਹ ਨਲਕੀਆਂ ਰੂਪੀ ਵਿੱਚ ਕੰਮ ਕਰ ਰਹੇ। ਪਾਈ ਜੋਰ ਬਾਤ ਇੱਕ ਕੀਨੀ, ਫਿਰ ਉਸ ਖੱਡੀ ਦੇ ਅੰਦਰ ਥੱਲੇ ਇੱਕ ਪਊਆ ਲੱਗਾ ਹੁੰਦਾ। ਉਹ ਦੋ ਹੁੰਦੇ ਨੇ, ਸੱਜਾ ਤੇ ਖੱਬਾ। ਫਿਰ ਜਿਹੜਾ ਜੁਲਾਹਾ ਹੈ ਉਸ ਨੇ ਸੱਜੇ ਖੱਬੇ ਪੈਰ ਨੂੰ ਦਬਾ ਕੇ ਉਹਨਾਂ ਧਾਗਿਆਂ ਨੂੰ ਉੱਤੇ ਥੱਲੇ ਕਰਕੇ ਉਹਦੇ ਵਿੱਚੋਂ ਸ਼ਟਲ ਕੱਢਣ ਵਾਸਤੇ ਉਹ ਕਰਨਾ। ਕਹਿੰਦੇ ਇਸੇ ਤਰ੍ਹਾਂ ਪਊਆਂ ਦੀ ਉਹ ਜੋੜੀ ਜਿਨ੍ਹਾਂ ਉੱਤੇ ਦੋਵੇਂ ਪੈਰ ਰੱਖ ਕੇ ਜੁਲਾਹਾ ਵਾਰੋ ਵਾਰੀ ਹਰੇਕ ਪੈਰ ਨੂੰ ਦੱਬ ਕੇ ਕੱਪੜਾ ਉਣਦਾ ਹੈ। ਪਾਈ ਜੋਰ ਬਾਤ ਇੱਕ ਕੀਨੀ, ਕਹਿੰਦੇ ਮੈਂ ਇਹ ਜਗਤ ਖੇਡ ਬਾਰੇ ਤੁਹਾਨੂੰ ਦੱਸਿਆ ਹੈ। ਤਾਂ ਤਾਂਤੀ ਮਨ ਮਾਨਾ, ਤੇ ਉਸ ਪਰਮਾਤਮਾ ਰੂਪੀ ਜੁਲਾਹੇ ਦੇ ਨਾਲ ਮੇਰਾ ਮਨ ਮੰਨ ਗਿਆ, ਮੇਰੀ ਉਹਦੇ ਨਾਲ ਸਾਂਝ ਬਣ ਗਈ। ਜੋ ਲਾਹੇ ਘਰ ਆਪਣਾ ਚੀਨਾ, ਘਟ ਹੀ ਰਾਮ ਪਛਾਨਾ। ਤੇ ਇਸ ਕਬੀਰ ਜੁਲਾਹੇ ਨੇ ਆਪਣੇ ਘਰ ਨੂੰ ਚੀਨਿਆ, ਖੋਜਿਆ, ਵਿਚਾਰਿਆ, ਤੇ ਮੈਨੂੰ ਸਮਝ ਆ ਗਈ ਹੈ ਕਿ ਘਟ ਹੀ ਰਾਮ ਪਛਾਨਾ, ਮੇਰੇ ਅੰਦਰ ਹੀ ਉਹ ਪਰਮਾਤਮਾ ਰਮਿਆ ਹੋਇਆ ਰਾਮ ਮੌਜੂਦ ਹੈ। ਕਹਿਤ ਕਬੀਰ ਕਾਰਗਾ ਤੋਰੀ, ਸੂਤੈ ਸੂਤ ਮਿਲਾਏ ਕੋਰੀ। ਕਬੀਰ ਜੀ ਕਹਿੰਦੇ ਨੇ ਉਸ ਪਰਮਾਤਮਾ ਰੂਪੀ ਜੁਲਾਹੇ ਨੇ ਜਦੋਂ ਇਸ ਖੱਡੀ ਨੂੰ ਤੋੜ ਦਿੱਤਾ ਜਾਂ ਉਹਦਾ ਹੁਕਮ ਹੋ ਗਿਆ, ਕਿਉਂਕਿ ਆਵਤ ਹੁਕਮ ਬਿਨਾਸ ਹੁਕਮ, ਆਗਿਆ ਭਿੰਨ ਨ ਕੋਏ। ਆਵਣ ਜਾਣਾ ਤੇ ਮਿਟੇ ਨਾਨਕ ਜੇ ਮਨ ਸੋਏ। ਇਹ ਪਰਮਾਤਮਾ ਦੀ ਖੇਡ ਹੈ। ਦਿਨ ਤੇ ਰਾਤ, ਜੰਮਣ ਤੇ ਮਰਨ ਰੋਜ਼ ਪੜ੍ਹਦੇ। ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਤੋ ਭਗਤ ਜੀ ਕਹਿੰਦੇ ਨੇ ਜਦੋਂ ਉਸ ਪਰਮਾਤਮਾ ਰੂਪੀ ਜੁਲਾਹੇ ਦਾ ਹੁਕਮ ਹੁੰਦਾ ਉਹ ਇਸ ਸਾਰੀ ਖੇਡ ਨੂੰ ਤੋੜ ਵੀ ਦਿੰਦਾ। ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੇ ਆਪਣੇ ਸ਼ਬਦਾਂ ਵਿੱਚ ਇਉਂ ਸਮਝਾਇਆ, ਜਬ ਉਦਕਰਖ ਕਰਾ ਕਰਤਾਰਾ, ਪਰਜਾ ਧਰਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। जेते बदन से सब धारे, आप अपनी बूझ उचारे। तुम सब ही ते रहत निरालम, जानत भेद भेद अर आलम। तो भगत जी ने आख्या बई तुहानू की इतराज है? मेरा उस जुलाहे दे नाल मन मन गया। मैं दृढ़ता दे नाल ये गल कहना हाँ, पाई जोर बात एक कीनी, ਤਾਂ ਤਾਂਤੀ ਮਨ ਮਾਨਾ। ਉਸ ਜੁਲਾਹੇ ਦੇ ਨਾਲ ਮੇਰਾ ਮਨ ਮੰਨ ਗਿਆ। ਤੇ ਜੋ ਲਾਹੇ ਘਰ ਆਪਣਾ ਚੀਨਾ, ਮੈਂ ਕਬੀਰ ਜੁਲਾਹੇ ਨੇ ਆਪਣੇ ਘਰ ਨੂੰ ਚੀਨਿਆ, ਖੋਜਿਆ, ਲੱਭਿਆ, ਪੜਤਾਲਿਆ। ਇਹ ਵੱਖਰੀ ਗੱਲ ਹੈ ਕਿ ਅਸੀਂ ਆਪਣੇ ਅੰਦਰ ਝਾਤ ਨਹੀਂ ਮਾਰਦੇ। ਜੇ ਝਾਤ ਮਾਰੀਏ ਤੇ ਪਰਮਾਤਮਾ ਸਾਡੇ ਵਿੱਚ ਬੈਠਾ, ਜੋ ਕਿਰਤਿਆ ਕਰ ਰਿਹਾ ਸਾਡੇ ਵਿੱਚ ਬੈਠ ਕੇ ਕਰ। ਪਰ ਭਗਤ ਜੀ ਕਹਿੰਦੇ ਨੇ ਮੈਂ ਇਸ ਗੱਲ ਨੂੰ ਵਿਚਾਰ ਲਿਆ, ਜੋ ਲਾਹੇ ਘਰ ਆਪਣਾ ਚੀਨਾ, ਘਟ ਹੀ ਰਾਮ ਪਛਾਨਾ। ਮੈਂ ਉਸ ਰਮੇ ਹੋਏ ਰਾਮ ਨੂੰ ਆਪਣੇ ਅੰਦਰ ਹੀ ਦੇਖ ਲਿਆ। ਕਹਿਤ ਕਬੀਰ
ਕਾਰਗਾ ਤੋਰੀ। ਕਬੀਰ ਜੀ ਕਹਿੰਦੇ ਨੇ ਜਿਵੇਂ ਉਸ ਪਰਮਾਤਮਾ ਨੇ ਇਹ ਸੰਸਾਰ ਦੀ ਖੱਡੀ ਤੇ ਸੰਸਾਰ ਦਾ ਤਾਣਾ ਤਣਿਆ, ਇਸੇ ਤਰ੍ਹਾਂ ਮੈਂ ਵੀ ਇਹ ਤਾਣਾ ਤਣੇ। ਔਰ ਜਦੋਂ ਉਸ ਦਾ ਹੁਕਮ ਹੁੰਦਾ ਹੈ ਉਹ ਇਸ ਖੇਡ ਨੂੰ ਖਤਮ ਵੀ ਕਰ ਦਿੰਦਾ। ਤੇ ਸੂਤੈ ਸੂਤ ਮਿਲਾਏ ਕੋਰੀ, ਉਹ ਪਰਮਾਤਮਾ ਰੂਪੀ ਜੁਲਾਹਾ ਫਿਰ ਸੂਤਰ ਵਿੱਚ ਸੂਤ ਨੂੰ ਮਿਲਾ ਦਿੰਦਾ, ਭਾਵ ਇਹਨਾਂ ਤੱਤਾਂ ਨੂੰ ਤੱਤਾਂ ਵਿੱਚ ਮਿਲਾ ਦਿੰਦਾ। ਰੋਜ਼ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਪਰ ਅਫਸੋਸ ਇਹ ਹੈ ਕਿ ਅਸੀਂ ਬਾਣੀ ਦੀ ਵਿਚਾਰ ਨਹੀਂ ਕਰਦੇ। ਸਾਨੂੰ ਸਮਝਾਉਣ ਵਾਸਤੇ ਗੁਰੂ ਮਹਾਰਾਜ ਨੇ ਬੜੇ ਹੀ ਪ੍ਰਮਾਣ ਦਿੱਤੇ ਨੇ। ਤਾਂ ਗੱਲ ਕੀ, ਭਗਤ ਜੀ ਦੇ ਕਪਾਟ ਖੁੱਲ੍ਹੇ ਹੋਏ ਨੇ, ਉਹਨਾਂ ਦੀ ਰੱਬ ਨਾਲ ਸਿੱਧੀ ਗੱਲ ਹੈ। ਤੇ ਇਹ ਵਿਚਾਰੇ ਕਰਮਕਾਂਡੀ ਬ੍ਰਾਹਮਣ ਉਹਨਾਂ ਨੂੰ ਜੁਲਾਹਾ ਜੁਲਾਹਾ ਕਹਿ ਕੇ ਆਪਣੇ ਅੰਦਰ ਦੀ ਪੜਾਸ ਕੱਢਦੇ ਨੇ। ਭਾਈ ਸਾਨੂੰ ਭਗਤ ਜੀ ਦੇ ਇਸ ਪਾਵਨ ਸ਼ਬਦ ਤੋਂ ਪ੍ਰੇਰਨਾ ਮਿਲਦੀ ਹੈ। ਆਓ ਉਸ ਰੱਬ ਨਾਲ ਜੁੜੀਏ, ਉਹਦੇ ਨਾਲ ਇੱਕ ਮਿਕ ਹੋਈਏ ਤੇ ਇਹਨਾਂ ਭਰਮਾਂ ਤੋਂ ਉੱਚੇ ਉੱਠ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।